ਇਹ ਸਧਾਰਣਤਾ ਹੈ। ਧਾਰਮਿਕ ਵਿਅਕਤੀ ਦੀ ਗੱਲ ਵੀ ਸੰਸਾਰਿਕ ਲੋਕ ਨਹੀਂ ਸੁਣਦੇ ਹਨ, ਨਹੀਂ ਸਮਝਦੇ ਹਨ। ਅਤੇ ਜਿਹੜਾ ਵਾਸਤਵਿਕ ਜਾਗਰਿਤ ਪੁਰਸ਼ ਹੈ, ਉਹਦੀ ਗੱਲ ਸਮਝਣੀ ਹੋਰ ਵੀ ਔਖੀ ਹੈ। ਉਹ ਕਹਿੰਦਾ ਹੈ ਵੀ ਸੁੱਖ ਦੀ ਆਕਾਂਸ਼ਾ ਹੀ ਛੱਡਣੀ ਹੈ। ਇੱਕ ਤੇ ਹੈ ਨਰਕ, ਦੂਸਰਾ ਹੈ ਸਵਰਗ। ਇੱਕ ਹੈ ਦੁੱਖ ਹੈ, ਦੂਸਰਾ ਹੈ ਸੁੱਖ। ਪਰ ਉਹਨਾਂ ਨੇ ਤੀਸਰਾ ਵੀ ਕਿਹਾ ਹੈ, ਉਹਨੂੰ ਕਿਹਾ ਹੈ ਆਨੰਦ। ਆਨੰਦ ਸੁੱਖ ਨਹੀਂ ਹੈ, ਪਰ ਬਹੁਤੇ ਧਾਰਮਿਕ ਲੋਕ ਆਨੰਦ ਨੂੰ ਸੁੱਖ ਸਮਝਦੇ ਹਨ ਅਤੇ ਕਈ ਕਹਿ ਵੀ ਦਿੰਦੇ ਹਨ ਬੜਾ ਆਨੰਦ ਮਿਲਿਆ, ਆਨੰਦ ਹੋਇਆ। ਪਰ ਨਹੀਂ, ਜਦੋਂ ਦੁੱਖ ਅਤੇ ਸੁੱਖ ਦੋਵੇਂ ਛੁੱਟ ਜਾਂਦੇ ਹਨ। ਸੰਸਾਰ ਦੁੱਖ ਹੈ, ਧਰਮ ਸੁੱਖ ਹੈ। ਅਸ਼ਾਂਤੀ ਦੁੱਖ ਹੈ, ਸ਼ਾਂਤੀ ਸੁੱਖ ਹੈ। ਨਰਕ ਦੁੱਖ ਹੈ, ਸਵਰਗ ਸੁੱਖ ਹੈ। ਪਰ ਸੁੱਖਾਂ ਤੋਂ ਕੌਣ ਛੁੱਟਣਾ ਚਾਹੁੰਦਾ? ਇਸੇ ਕਾਰਨ ਪ੍ਰਮਾਣ ਦਿੰਦੇ ਹਨ ਵੀ ਲੋਹੇ ਦੀਆਂ ਬੇੜੀਆਂ ਸਾਰੇ ਛੱਡਣ ਨੂੰ ਤਿਆਰ ਹਨ। ਸੋਨੇ ਦੀਆਂ ਹੋਣ ਅਤੇ ਅਗਲਾ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ, ਬੇੜੀਆਂ 'ਚ ਬੰਧੇ ਆ, ਸੋਨੇ ਦੀਆਂ ਤਾਂ ਹੈ ਨਾ, ਖਜ਼ਾਨਾ ਮੇਰੇ ਕੋਲ ਹੈ, ਸੋਨਾ ਕਿੰਨਾ। ਤੋਂ ਬੰਧੇ ਰਹਿਣਾ ਹੀ ਚੰਗਾ ਸਮਝਦਾ ਕੁਛ ਤੇ ਹੈ। ਇਸ ਕਰਕੇ ਧਾਰਮਿਕ ਲੋਕ ਜਿਹੜੇ ਹਨ ਨਾ, ਉਹਨਾਂ ਦਾ ਛੁਟਕਾਰਾ ਔਖਾ ਹੁੰਦਾ ਹੈ ਅਗਰ ਉਹ ਧਰਮ ਦੇ ਵਿੱਚੋਂ ਸੁੱਖ ਲੈਣਾ ਸ਼ੁਰੂ ਕਰ ਦੇਣ। ਅਕਸਰ ਜ਼ਿਆਦਾਤਰ ਅਭਿਆਸੀ ਲੋਕ, ਸਾਧੂ ਮਹਾਤਮਾ ਡੇਰਿਆਂ ਦੇ ਵਿੱਚ ਬੈਠੇ ਹੋਏ, ਉਹ ਸੁੱਖ ਮਾਣ ਰਹੇ ਹਨ, ਸੁੱਖ ਮਿਲ ਰਿਹਾ ਹੈ ਉਹਨਾਂ ਨੂੰ। ਪਰ ਜਿਹੜਾ ਉਹ ਸੁੱਖ ਮਾਣ ਰਹੇ ਹਨ ਉਹ ਸਦੀਵੀ ਨਹੀਂ ਹੈ ਨਾ, ਉਹ ਮਾਨਸਿਕ ਹੈ। ਮਾਨਸਿਕ ਸੁੱਖ ਜਿਹੜਾ ਉਹ ਸਦੀਵੀ ਨਹੀਂ ਹੁੰਦਾ ਹੈ। ਉਹ ਭਾਵੇਂ ਸਾਧਨਾ ਦੁਆਰਾ ਹੀ ਹੋ ਰਿਹਾ ਹੋਵੇ, ਬਹੁਤਿਆਂ ਨੂੰ ਸਾਧਨਾ ਦੁਆਰਾ ਵੀ ਹੁੰਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਬੜਾ ਸੁੱਖ ਮਿਲਦਾ, ਪਰ ਉਹ ਸਦਾ ਨਹੀਂ ਹੋਵੇਗਾ। ਉਹ ਵੀ ਧਿਆਨ ਦੇ ਵਿੱਚ ਸੁੱਖ ਮਿਲ ਜਾਂਦਾ ਹੈ ਕਈਆਂ, ਥੋੜ੍ਹਾ ਥੋੜ੍ਹਾ ਮਨ ਬਾਹਰੋਂ ਭਟਕਣੋਂ ਹਟ ਜਾਂਦਾ ਹੈ, ਤਾਂ ਵੀ ਅਗਲਿਆਂ ਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਦੂਸਰੇ ਸੁੱਖ ਦੇ ਵਿੱਚ, ਬੰਧਨ ਦੇ ਵਿੱਚ ਪੈ ਜਾਂਦੇ। ਪਹਿਲਾ ਸੁੱਖ ਹੀ ਛੱਡਣਾ ਔਖਾ ਹੈ ਸੰਸਾਰਿਕ। ਪਹਿਲੀ ਗੱਲ ਤਾਂ ਇਹ ਦੇਖੋ, ਤੁਹਾਡੇ ਸਾਹਮਣੇ ਹੀ ਹੈ। ਅੱਜ ਵੀ ਇੱਕ ਨੌਜਵਾਨ ਨੇ ਆਪਣੇ ਬਾਬਤ ਕਾਫੀ ਕੁਛ ਲਿਖਿਆ ਹੈ, ਪਰ ਉਹ ਵੀ ਅਗਰ ਗੌਰ ਦੇ ਨਾਲ ਖਿਆਲ ਕਰੋ ਤਾਂ ਸੁੱਖਾਂ ਦੇ ਕਰਕੇ ਹੀ ਉਲਝਿਆ ਹੋਇਆ ਹੈ। ਕਿਉਂਕਿ ਜਿਨ੍ਹਾਂ ਦੇ ਵਿੱਚ ਆਪਾਂ ਰਹਿ ਰਹੇ ਹਾਂ, ਉਹਨਾਂ ਦੇ ਨਾਲ ਰਹਿਣ ਕਰਕੇ ਆਪਾਂ ਨੂੰ ਸੁੱਖ ਮਿਲਦਾ ਹੈ। ਫਿਰ ਆਪਾਂ ਜਦੋਂ ਦੂਰ ਜਾਵਾਂਗੇ ਅਤੇ ਆਪਾਂ ਨੂੰ ਤਾਂ ਸੁੱਖ ਨਹੀਂ ਮਿਲੇਗਾ। ਪਰ ਆਪਾਂ ਇਹ ਸੋਚਦੇ ਹਾਂ ਵੀ ਜਿਨ੍ਹਾਂ ਨੂੰ ਆਪਾਂ ਛੱਡ ਕੇ ਜਾ ਰਹੇ ਹਾਂ ਉਹ ਦੁਖੀ ਹੋਣਗੇ। ਉਹ ਕਿਉਂ ਸੋਚਦੇ ਹਾਂ? ਇਸੇ ਕਾਰਨ ਹੀ ਕਿ ਆਪਾਂ ਉਹਨਾਂ ਦੇ ਨਾਲ ਜੁੜੇ ਹੋਏ ਹਾਂ। ਜਦੋਂ ਮੈਂ ਸੋਚਦਾ ਹਾਂ ਮੈਂ ਇਹਨਾਂ ਤੋਂ ਦੂਰ ਜਾਊਂਗਾ, ਇਹ ਦੁਖੀ ਹੋਣਗੇ, ਮੋਹ ਦਾ ਕਰਕੇ ਨਾ, ਆਪਣੇ ਹਨ ਦੁਖੀ ਕਿਉਂ ਹੋਣ? ਇੱਦਾਂ ਹੀ ਆਦਮੀ ਸੋਚਦਾ ਹੈ ਨਾ। ਤੁਸੀਂ ਆਪਣਿਆਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ, ਵੀ ਦੂਰ ਜਾਓਗੇ ਤਾਂ ਵੀ ਦੁਖੀ ਹੋਣਗੇ। ਅਤੇ ਉਹ ਆਪਣਿਆਂ ਦਾ ਸੁੱਖ ਹੈ, ਅਤੇ ਆਪਣਿਆਂ ਦੇ ਵਿੱਚ ਰਹਿਣ ਦਾ ਸੁੱਖ, ਆਪਣੇ ਢੰਗ ਨਾਲ ਰਹਿਣ ਦਾ ਸੁੱਖ। ਕਈ ਉਹਦੇ ਹੀ ਆਦੀ ਹੋ ਜਾਂਦੇ ਹਨ, ਇਸੇ ਕਾਰਨ ਹੀ ਉਹ ਫਸੇ ਰਹਿੰਦੇ ਹਨ।
ਮਨ ਦੀ ਆਦਤ ਹੋ ਜਾਂਦੀ ਹੈ ਨਾ ਵੈਸਾ ਵੈਸਾ ਜੀਣ ਦੀ, ਆਪਣੇ ਢੰਗ ਨਾਲ ਆਪਣੇ ਸਟਾਈਲ ਨਾਲ ਕਹਿੰਦੇ ਜੀ ਰਹੇ, ਛੱਡਣਾ ਨਹੀਂ ਹੈ। ਤੇ ਉਸੇ ਢੰਗ ਨਾਲ ਹੀ ਜੀਂਦੇ ਰਹਿੰਦੇ ਹਨ, ਤੇ ਉਸ ਸੁੱਖ ਦੇ ਆਦੀ ਹੋ ਜਾਂਦੇ ਹਨ। ਉਸ ਢੰਗ ਦੇ ਨਾਲ ਮਨ ਚੱਲ ਪੈਂਦਾ ਹੈ। ਕਈ ਇਕੱਲੇ ਵੀ ਰਹਿੰਦੇ ਹਨ, ਧਾਰਮਿਕ ਹਨ, ਉਹਨੂੰ ਹੀ ਸੁੱਖ ਸਮਝਦੇ ਹਨ, ਪਰ ਉਸ ਦੀ ਵੀ ਨਹੀਂ ਹਨ, ਉਹ ਆਪਣੇ ਢੰਗ ਨਾਲ ਜੀ ਰਹੇ ਹਨ ਤੇ ਉਹ ਸੁੱਖ ਦੇ ਨਾਲ ਬੰਧ ਗਏ। ਤੇ ਸੁੱਖ ਤੇ ਦੁੱਖ, ਦੁੱਖ ਤੋਂ ਤੇ ਸਾਰੇ ਛੁੱਟਣੇ ਚਾਹੁੰਦੇ ਹਨ। ਸੰਸਾਰੀ ਵੀ ਚਾਹੁੰਦਾ ਹੈ, ਧਾਰਮਿਕ ਵਿਅਕਤੀ ਵੀ ਚਾਹੁੰਦਾ ਹੈ ਦੁਖੀ ਨਾ ਹੋ। ਇਸ ਕਰਕੇ ਉਹ ਧਰਮ ਕਰਮ ਕਰਦਾ ਵੀ ਹੈ। ਜਦੋਂ ਉਹਨੂੰ ਕੋਈ ਸਮੱਸਿਆ ਹੁੰਦੀ, ਦੁੱਖ ਹੁੰਦੇ ਤਾਂ ਉੱਥੋਂ ਹਟ ਜਾਂਦਾ ਹੈ। ਇਸ ਕਾਰਨ ਬਹੁਤੇ ਹੀ ਜਿਹੜੇ ਸਾਧੂ ਮਹਾਤਮਾ ਹਨ, ਉਹ ਆਪਣੀ ਕੁਟੀਆ ਬਣਾ ਲੈਂਦੇ ਹਨ ਵੀ ਕਿਸੇ ਕੋਲ ਰਹਿਣਾ ਹੋਵੇ ਤਾਂ ਕਿਸੇ ਦੇ ਅੰਡਰ ਰਹਿਣਾ ਪੈਂਦਾ ਹੈ, ਕਿਸੇ ਦੇ ਅਧੀਨ ਰਹਿਣਾ ਪਵੇਗਾ। ਆਪਣੀ ਮਰਜ਼ੀ ਦੇ ਮੁਤਾਬਕ ਨਹੀਂ ਰਹਿ ਸਕਦੇ, ਅਤੇ ਆਪਣੀ ਮਰਜ਼ੀ ਦੇ ਮੁਤਾਬਕ ਰਹਿਣ ਨਾਲ ਸੁੱਖ ਮਿਲਦਾ ਹੈ, ਅਤੇ ਆਪਣੀ ਮਰਜ਼ੀ ਦੇ ਮੁਤਾਬਕ ਉਹ ਸੁੱਖ ਸੁਵਿਧਾ ਜੁਟਾ ਲੈਂਦੇ ਹਨ ਅਤੇ ਸੁੱਖ ਮਿਲਦਾ ਹੈ। ਦਿਖਾਉਂਦੇ ਵੀ ਹਨ, ਦੇਖੋ ਅਸੀਂ ਸੁਖੀ ਹਾਂ, ਸਾਨੂੰ ਕੋਈ ਚਿੰਤਾ ਹੀ ਤਾਂ ਹੈ ਵੀ ਨਹੀਂ, ਖਾਣ ਪੀਣ ਨੂੰ ਸਭ ਕੁਛ ਮਿਲ ਹੀ ਜਾਂਦਾ, ਪਰ ਉਹ ਸੁੱਖ ਦੇ ਨਾਲ ਵੱਧ ਗਈ। ਸਵਰਗ ਦੇ ਵਿੱਚ ਜਿਵੇਂ ਦੇਵੀ ਦੇਵਤਾ ਚਲੇ ਗਏ, ਵੱਧ ਗਏ, ਪਰ ਇਹ ਸੁੱਖ ਤੋਂ ਛੁੱਟਣਾ ਔਖਾ ਹੈ। ਹੋਰ ਵੀ ਜ਼ਿਆਦਾ ਸੰਸਾਰਿਕ ਸੁੱਖ ਤੋਂ ਛੁੱਟਣਾ ਔਖਾ ਹੀ ਹੈ। ਸੰਸਾਰਿਕ ਸੁੱਖ ਹੀ ਨਹੀਂ ਛੱਡਦੇ ਆ। ਆਦਮੀ ਡਰਦਾ ਹੈ ਵੀ ਸੰਸਾਰਿਕ ਸੁੱਖ ਛੱਡ ਦਿੱਤੇ ਫਿਰ ਕੀ ਬਣੂ। ਫਿਰ ਧਾਰਮਿਕ ਸੁੱਖ ਜਿਹੜੇ ਹਨ, ਇਹਨਾਂ 'ਚ ਧਾਰਮਿਕ ਲੋਕ ਸਾਧੂ ਮਹਾਤਮਾ ਸਭ ਬੰਦੇ ਹੋਏ, ਬੰਧਨ ਬਾਂਧਿਆ ਸਭ ਜਗ ਫਿਰ। ਜਿਵੇਂ ਕਬੀਰ ਜੀ ਕਹਿੰਦੇ ਹਨ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਕਹਿੰਦੇ ਹਨ ਵੀ ਇੱਕ ਸੁੱਖ ਨੂੰ ਛੱਡਿਆ ਸੀ ਚੱਲਣ ਵਾਸਤੇ, ਦੂਸਰੇ ਸੁੱਖ 'ਚ ਫਸ ਗਿਆ ਮਨ। ਸੰਸਾਰਿਕ ਸੁੱਖ ਛੱਡਿਆ ਅਤੇ ਧਾਰਮਿਕ ਸੁੱਖ 'ਚ ਫਸ ਗਿਆ। ਪਰ ਜਿਨ੍ਹਾਂ ਨੇ ਜਾਣਿਆ ਹੈ ਨਾ, ਉਹ ਕਹਿੰਦੇ ਹਨ ਵੀ ਸੁੱਖ ਦੀ ਆਕਾਂਸ਼ਾ ਛੱਡਣੀ ਹੈ। ਹਾਂ, ਪਹਿਲੇ ਸੁੱਖ ਛੱਡਣ ਵਾਸਤੇ ਦੂਸਰੇ ਸੁੱਖ ਦੀ ਇੱਛਾ ਸੁਭਾਵਿਕ ਹੈ। ਸੰਸਾਰਿਕ ਚਾਹਤਾਂ ਛੱਡਣ ਵਾਸਤੇ ਧਾਰਮਿਕ ਚਾਹਤ ਚੰਗੀ ਹੈ। ਪਰਮਾਤਮਾ ਦੀ ਚਾਹਤ ਕਹਿੰਦੇ ਕਰ ਲਓ, ਸੁੱਖ ਦੀ ਆਨੰਦ ਦੀ ਚਾਹਤ ਕਰ ਲਓ, ਤਾਂ ਕਿ ਸੰਸਾਰ ਦੇ ਸੁੱਖ ਛੁੱਟ ਜਾਣਗੇ। ਪਰ ਹੈ ਵੀ ਚਾਹਤ ਛੱਡਣੀ, ਇਹ ਵੀ ਹੈ ਵੀ ਸੁੱਖ ਛੱਡਣਾ, ਇਹ ਵੀ ਹੈ। ਪਰ ਇਸ ਜੋ ਵੀਡੀਓ ਰਿਕਾਰਡਿੰਗ ਪਾਈ ਹੈ, ਇਹਦੇ ਦੁਆਰਾ ਸੰਸਾਰਿਕ ਸੁੱਖਾਂ ਨੂੰ ਜੋ ਛੱਡਣਾ ਹੈ ਨਾ, ਸੇਧ ਮਿਲ ਸਕਦੀ ਹੈ ਵੀ ਵਾਸਤਵਿਕ ਦੇ ਵਿੱਚ ਸਾਨੂੰ ਭੰਗੁਰ ਹਨ, ਦਿਖਦੇ ਹਨ ਹੈ ਥੋੜ੍ਹੇ, ਅਤੇ ਆਦਮੀ ਛੱਡਣ ਨੂੰ ਤਿਆਰ ਹੋ ਸਕਦਾ। ਧਰਮ ਦੀ ਯਾਤਰਾ ਕਰ ਸਕਦਾ ਹੈ। ਧਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ ਸੰਸਾਰਿਕ ਸੁੱਖਾਂ ਨੂੰ ਛੱਡ ਕੇ। ਭਾਵ ਕਿ ਅਸ਼ਾਂਤੀ ਦਾ ਸੁੱਖ ਜਿਹੜਾ ਹੈ, ਦੌੜ ਦਾ ਸੁੱਖ ਹੈ, ਉਹਨੂੰ ਛੱਡ ਕੇ ਸ਼ਾਂਤੀ ਦਾ ਸੁੱਖ, ਸ਼ਾਂਤ ਬੈਠੋ, ਹੈ ਤੇ ਇਹ ਵੀ ਸੁੱਖ ਹੀ, ਫਿਰ ਇਹਨੂੰ ਵੀ ਛੱਡਣਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨ, ਸੁੱਖ ਸਨੇਹ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ। ਕਹਿੰਦਾ ਜਿਹੜਾ ਆਦਮੀ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦਾ ਅਤੇ ਸੁੱਖ ਦੇ ਨਾਲ ਸਨੇਹ ਨਹੀਂ, ਸੁੱਖ ਚਾਹੁੰਦਾ ਨਹੀਂ ਹੈ, ਸੁੱਖ ਦੀ ਚਾਹਤ ਨਹੀਂ ਹੈ, ਇਹ ਆਖਰੀ ਕਦਮ ਹੈ।
ਇਹ ਬਾਤ ਵਿੱਚ ਹੋਵੇਗਾ ਵੀ ਸੁੱਖ ਦੀ ਚਾਹਤ ਛੱਡਣੀ। ਇਸੇ ਕਾਰਨ ਕਿਹਾ ਹੈ ਭਈ ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਨਰਕਾਂ ਤੋਂ ਤਾਂ ਤੁਸੀਂ ਬਚ ਸਕਦੇ ਹੋ, ਨਰਕਾਂ ਤੋਂ ਸਾਰੇ ਬਚਣ ਨੂੰ ਤਿਆਰ ਹੈ। ਸਵਰਗਾਂ ਸੰਸਾਰ ਤੋਂ ਕਹਿ ਲਓ, ਪਰ ਜਿਹੜਾ ਸਵਰਗ ਹੈ ਇਹਦੇ ਤੋਂ ਸਤਿਗੁਰੂ ਦੀ ਕਿਰਪਾ ਨਾਲ ਬਚਿਆ ਜਾ ਸਕਦਾ। ਸਤਿਗੁਰੂ ਫਿਰ ਇਹ ਸਵਰਗਾਂ 'ਚੋਂ ਵੀ ਕੱਢਦਾ ਹੈ। ਉਹ ਫਿਰ ਸੁੱਖ ਦੁੱਖ ਤੋਂ ਪਾਰ ਜੋ ਹੈ ਨਾ ਆਨੰਦ ਉਧਰ ਨੂੰ ਲੈ ਕੇ ਜਾਂਦਾ ਹੈ। ਕਹਿੰਦਾ ਇਹ ਵੀ ਨਹੀਂ ਹੈ, ਇੱਥੇ ਵੀ ਰੁਕ ਨਹੀਂ, ਇੱਥੇ ਵੀ ਟਿਕਣਾ ਇਹ ਘਰ ਨਹੀਂ ਹੈ, ਇਹ ਦਰਵਾਜ਼ਾ ਹੈ, ਘਰ ਤੋਂ ਬਾਹਰ ਵਾਰ ਹੈ। ਸੁੱਖ ਬਹੁਤ ਹੈ ਘਰ ਤੋਂ ਬਾਹਰ ਵਾਰ। ਜਿਵੇਂ ਆਪਾਂ ਪਹਾੜੀ ਯਾਤਰਾ ਕਰੀਏ ਗਰਮੀਆਂ ਦੇ ਦਿਨਾਂ 'ਚ, ਅਤੇ ਠੰਡੇ ਪਹਾੜਾਂ ਕੋਲ ਜਾਂਦਿਆਂ ਹੀ ਆਪਾਂ ਨੂੰ ਰਸਤੇ ਦੇ ਵਿੱਚ ਠੰਡਕ ਮਹਿਸੂਸ ਹੋਣ ਲੱਗ ਜਾਂਦੀ। ਠੰਡੇ ਪਹਾੜ ਆਏ ਤਾਂ ਨਹੀਂ ਹੈ ਜੀ ਬਰਫੀਲੇ, ਪਰ ਰਸਤੇ ਦੇ ਵਿੱਚ ਠੰਡਕ ਹੋਣੀ ਸ਼ੁਰੂ ਹੋ ਗਈ ਨਾ। ਇੱਦਾਂ ਹੀ ਪਰਮਾਤਮਾ ਦੇ ਦਰਵਾਜ਼ੇ ਤੋਂ ਬਾਹਰ ਧਰਮ ਹੈ, ਅਤੇ ਜਿਨ੍ਹਾਂ ਜਿਨ੍ਹਾਂ ਦਰਵਾਜ਼ੇ ਦੇ ਕੋਲ ਜਾਂਦਾ ਹੈ ਉਹਨਾਂ 'ਚ ਆਦਮੀ ਨੂੰ ਸੁੱਖ ਮਹਿਸੂਸ ਹੁੰਦਾ ਹੈ, ਚੰਗਾ ਲੱਗਦਾ, ਸੁਗੰਧ ਆਉਂਦੀ ਹੈ, ਸ਼ਾਂਤੀ ਮਿਲਦੀ, ਠੰਡੀਆਂ ਹਵਾਵਾਂ ਆਉਂਦੀਆਂ। ਪਰ ਉਹ ਬਾਹਰ ਹਨ, ਉਹ ਸਦੀਵ ਹੀ ਨਹੀਂ ਰਹਿਣਗੇ। ਬਹੁਤ ਸਾਰੇ ਇੱਥੋਂ ਵੀ ਵਾਪਸ ਚਲੇ ਜਾਂਦੇ ਹਨ, ਮੁੜ ਜਾਂਦੇ ਹਨ ਦਰਵਾਜ਼ੇ ਤੋਂ ਵੀ। ਕੋਈ ਸੰਸਾਰ ਦਾ ਸੁੱਖ ਬਹੁਤ ਪ੍ਰਲੋਭਨ ਦਿੰਦਾ ਹੈ, ਪ੍ਰਭਾਵਿਤ ਕਰਦਾ ਹੈ, ਫਿਰ ਆਦਮੀ ਭਟਕ ਜਾਂਦਾ ਹੈ। ਅਤੇ ਸੰਸਾਰਿਕ ਸੁੱਖ ਪਹਿਲਾਂ ਛੱਡਣਾ ਹੈ, ਜਾਣਨਾ ਹੈ ਪਹਿਲਾਂ ਵੀ ਇਹ ਸੁੱਖ ਨਹੀਂ ਹੈ, ਸੰਸਾਰ ਦੇ ਵਿੱਚ ਕਿਸੇ ਨੂੰ ਮਿਲਿਆ ਨਹੀਂ। ਤਾਂ ਬਹੁਤ ਵੱਡਾ ਭਾਗਾ ਹੋਵੇਗਾ ਜਿਹੜਾ ਸੰਸਾਰ ਦੇ ਸੁੱਖਾਂ ਤੋਂ ਮੂੰਹ ਮੋੜ ਲਵੇ। ਫਿਰ ਧਰਮ ਦੇ ਸੁੱਖਾਂ ਤੋਂ ਜਿਹੜਾ ਮੂੰਹ ਮੋੜ ਲੈਂਦਾ ਹੈ ਉਹ ਤਾਂ ਕਰੋੜਾਂ 'ਚੋਂ ਕਹਿ ਲਓ, ਅਜੋਕੇ ਸਮੇਂ 'ਚ ਅਰਬਾਂ 'ਚੋਂ ਕਹਿ ਲਓ, ਕੋਈ ਇੱਕ ਹੈ ਜਿਹੜਾ ਇਹ ਧਾਰਮਿਕ ਸੁੱਖਾਂ ਤੋਂ ਵੀ ਕਹਿੰਦਾ ਹੈ ਨਹੀਂ, ਹੁਣ ਨਹੀਂ ਮੈਨੂੰ ਕੁਛ ਚਾਹੀਦਾ, ਜਿਹਦੀ ਚਾਹਤ ਹੀ ਖਤਮ ਹੋ ਜਾਂਦੀ, ਸੁੱਖਾਂ ਦੀ ਚਾਹਤ। ਅਤੇ ਜਦੋਂ ਚਾਹਤ ਹੀ ਖਤਮ ਹੋ ਗਈ ਸੁੱਖ ਦੀ, ਨਾ ਫਿਰ ਸੁੱਖ ਰਿਹਾ ਨਾ ਫਿਰ ਦੁੱਖ ਰਿਹਾ। ਉਸ ਤੋਂ ਪਾਰ ਜੋ ਹੈ ਉਹਨੂੰ ਆਨੰਦ ਕਿਹਾ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ। ਸਤਿਗੁਰੂ ਜਦੋਂ ਪਾ ਲਿਆ, ਪਾਉਣ ਦਾ ਕੀ ਭਾਵ ਹੋਇਆ ਵੀ ਸਤਿਗੁਰੂ ਨਾਲ ਇੱਕ ਬਿੱਕ ਹੋ ਗਿਆ। ਅਤੇ ਆਨੰਦ ਮਿਲਿਆ, ਆਨੰਦ ਦੇ ਨਾਲ ਆਨੰਦਮਈ ਦੇ ਨਾਲ ਇੱਕ ਮਿੱਕ ਹੋ ਗਿਆ ਤਾਂ ਹੀ ਮਿਲਿਆ ਨਾ। ਪੜ੍ਹਨ ਨਾਲ ਤਾਂ ਨਹੀਂ ਮਿਲਦਾ ਬਾਹਰੋਂ ਬਾਹਰ। ਅਤੇ ਜਿਨ੍ਹਾਂ ਨੇ ਪਾਇਆ ਸੀ ਸਤਿਗੁਰੂ ਪਰਮਾਤਮਾ ਨੂੰ ਪਾਇਆ, ਇੱਕੋ ਹੀ ਗੱਲ ਹੈ, ਤਾਂ ਉਹਨਾਂ ਨੂੰ ਆਨੰਦ ਮਿਲਿਆ। ਅਤੇ ਜਿਨ੍ਹਾਂ ਨੇ ਸੰਸਾਰ ਪਾਇਆ ਉਹਨਾਂ ਨੂੰ ਦੁੱਖ ਮਿਲਿਆ, ਜਿਨ੍ਹਾਂ ਨੇ ਧਰਮ ਪਾਇਆ ਉਹਨਾਂ ਨੂੰ ਸੁੱਖ ਮਿਲਿਆ, ਜਿਨ੍ਹਾਂ ਨੇ ਪਰਮਾਤਮਾ ਪਾਇਆ ਉਹਨਾਂ ਨੂੰ ਆਨੰਦ ਮਿਲਿਆ। ਇੱਦਾਂ ਕਹਿ ਸਕਦੇ ਹਾਂ। ਅਤੇ ਸੰਸਾਰ ਤਾਂ ਬਿਲਕੁਲ ਦੁੱਖ ਰੂਪ ਹੈ ਹੀ ਹੈ। ਦੇਖੋ ਦੁੱਖਾਂ ਦੇ ਵਿੱਚੋਂ ਛੁਟਕਾਰਾ ਨਹੀਂ ਪਾ ਰਹੇ ਤੁਸੀਂ। ਜਿਨ੍ਹਾਂ ਨੂੰ ਸੰਸਾਰਿਕ ਬਹੁਤ ਜ਼ਿਆਦਾ ਸੁੱਖ ਸਨ ਉਹਨਾਂ ਨੇ ਦੁੱਖ ਦੇਖ ਲਿਆ। ਤੁਹਾਡੇ ਕੋਲ ਸੁੱਖ ਵੀ ਬਹੁਤੇ ਨਹੀਂ ਹਨ, ਫਿਰ ਵੀ ਸੰਸਾਰਿਕ ਸੁੱਖਾਂ ਤੋਂ ਛੁਟਕਾਰਾ ਨਹੀਂ ਹੋ ਰਿਹਾ। ਫਿਰ ਧਾਰਮਿਕ ਸੁੱਖ ਹਨ ਅੱਗੇ, ਉਹਨਾਂ ਦਾ ਬੜਾ ਪ੍ਰਲੋਭਨ ਹੁੰਦਾ, ਉਹਨਾਂ ਤੋਂ ਤਾਂ ਫਿਰ ਸਤਿਗੁਰੂ ਹੀ ਬਚਾ ਸਕਦਾ। ਉਹ ਫਿਰ ਅੱਗੇ ਲੈ ਕੇ ਜਾਂਦਾ ਵੀ ਇਹ ਵੀ ਸੁੱਖ ਨਹੀਂ ਹੈ, ਇਹ ਵੀ ਟਿਕਾਣਾ ਨਹੀਂ ਹੈ, ਇਹ ਵੀ ਘਰ ਨਹੀਂ ਹੈ, ਇਹ ਵੀ ਸਦੀਵੀ ਸੁੱਖ ਨਹੀਂ ਹੈ। ਬਹੁਤ ਸਾਰੇ ਸਾਧਕ ਇੱਥੇ ਹੀ ਰੁਕੇ ਰਹਿੰਦੇ ਹਨ।
ਹੈ ਤੇ ਠੀਕ, ਸੁੱਖ ਤੇ ਮਾਣਦੇ ਹੀ ਹਨ ਉਹ, ਸੰਸਾਰੀਆਂ ਨਾਲੋਂ ਤੇ ਠੀਕ ਹੈ। ਸਾਧੂ ਮਹਾਤਮਾ ਜਿਹੜੇ ਧਿਆਨ ਦੇ ਵਿੱਚ ਲੱਗੇ ਹੋਏ ਹਨ, ਨਿਸ਼ਚਿੰਤ ਹਨ, ਸ਼ਾਂਤ ਹੈ ਥੋੜ੍ਹਾ ਬਹੁਤਾ ਮਨ, ਬਹੁਤੇ ਨਹੀਂ ਭਟਕ ਰਹੇ ਹਨ ਬਾਹਰ, ਤੇ ਵਧੀਆ ਹੈ ਸੰਸਾਰਿਕ ਲੋਕਾਂ ਨੂੰ। ਇਸੇ ਕਰਕੇ ਸੰਸਾਰਿਕ ਲੋਕਾਂ ਨੂੰ ਉਹ ਬੇਵਕੂਫ ਕਹਿੰਦੇ ਆ, ਮੂਰਖ ਹਨ, ਦੁੱਖਾਂ ਦੇ ਵਿੱਚ ਪਏ। ਦੇਖੋ ਅਸੀਂ ਸ਼ਾਂਤ ਮੌਜ ਨਾਲ ਜੀ ਰਹੇ ਹਨ, ਨਿਸ਼ਚਿੰਤ ਹਾਂ, ਠੀਕ ਵੀ ਹੈ, ਪਰ ਇਹ ਸਦਾ ਵਾਸਤੇ ਇਹ ਵੀ ਨਹੀਂ ਟਿਕੇਗਾ ਇਹਨਾਂ ਦਾ, ਕਿਉਂਕਿ ਇਹ ਵੀ ਵਾਸਤਵਿਕ ਨਹੀਂ ਹੈ। ਇਹਦੇ ਤੋਂ ਵੀ ਛੁਟਕਾਰਾ ਕਰਨਾ ਹੈ, ਤੇ ਜਿਹੜਾ ਇਹਦੇ ਤੋਂ ਵੀ ਛੁਟਕਾਰਾ ਕਰ ਲੈਂਦਾ ਹੈ, ਧਾਰਮਿਕ ਸੁੱਖ ਤੋਂ ਵੀ, ਸਵਰਗ ਤੋਂ ਵੀ ਪਾਰ ਚਲੇ ਜਾਂਦਾ ਹੈ। ਜਿਹੜਾ ਨਰਕ ਤੋਂ ਤੇ ਜਾਣਾ ਹੀ ਹੈ। ਸਵਰਗ ਦਾ ਅਰਥ ਹੁੰਦਾ ਹੈ ਜਿਹੋ ਜਿਹਾ ਤੁਸੀਂ ਸੁੱਖ ਚਾਹੁੰਦੇ ਹੋ ਵੈਸਾ ਹੀ ਮਿਲ ਰਿਹਾ ਹੈ। ਦੇਖੋ ਵੈਸਾ ਹੀ ਸੁੱਖ ਮਿਲੇ ਤਾਂ ਵੀ ਮਨ ਉੱਭ ਜਾਂਦਾ ਹੈ। ਜਿਵੇਂ ਮਿੱਠਾ ਹੀ ਮਿੱਠਾ ਕੋਈ ਖਾਵੇ, ਜਿਵੇਂ ਉਹ ਰਸਗੁੱਲੇ ਖਾ ਰਿਹਾ ਸੀ, ਪਹਿਲੇ ਸੁੱਖ ਜ਼ਿਆਦਾ ਸੀ ਰਸਗੁੱਲੇ ਦੇ ਵਿੱਚ, ਫਿਰ ਦੂਸਰੇ ਹੋਰ ਖਾਓ, ਫਿਰ ਸੁੱਖ ਥੋੜ੍ਹੀ ਮਿਲਦਾ। ਇੱਦਾਂ ਹੀ ਸੁੱਖ ਹੈ, ਮਨ ਉੱਭ ਜਾਂਦਾ ਹੈ। ਮਨ ਸਦਾ ਨਹੀਂ ਇੱਕ ਪਹਿਲੂ 'ਤੇ ਟਿਕਦਾ ਹੈ, ਅਤੇ ਸੁੱਖ ਹੀ ਸੁੱਖ ਦੇ ਵਿੱਚ ਨਹੀਂ ਟਿਕ ਸਕਦਾ ਹੈ, ਇਸ ਕਰਕੇ ਉਬਾ ਦਿੰਦਾ। ਅਤੇ ਦੇਵੀ ਦੇਵਤੇ ਵੀ ਜਿਹੜੇ ਸੁੱਖਾਂ ਦੇ ਵਿੱਚ ਸਨ ਸਵਰਗ ਦੇ ਵਿੱਚ, ਉਹਨਾਂ ਨੇ ਵੀ ਮਨੁੱਖਾ ਦੇਹ ਨੂੰ ਚਾਹਿਆ ਤਾਂ ਕਿ ਇਹ ਸੁੱਖ ਤੋਂ ਵੀ ਮੁਕਤ ਹੋ ਸਕਣ। ਇਸ ਦੇਹ ਹੀ ਦੁਆਰਾ ਹੀ ਪਾਰ ਜਾਇਆ ਜਾ ਸਕਦਾ ਹੈ ਸੁੱਖਾਂ ਤੋਂ ਵੀ। ਦੁੱਖਾਂ ਤੋਂ ਸਧਾਰਨ ਆਦਮੀ ਨਿਕਲ ਸਕਦਾ ਹੈ, ਨਿਕਲ ਹੀ ਜਾਂਦੇ ਹਨ ਬਹੁਤੇ ਦੁੱਖਾਂ ਤੋਂ ਬਾਹਰ, ਪਰ ਸੁੱਖਾਂ ਤੋਂ ਅਸਾਧਾਰਨ ਆਦਮੀ ਨਿਕਲਦਾ ਹੈ। ਉਹ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਪਾਰ ਚਲੇ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।